ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਵੀਰ ਤੇਜਾ ਤਲਵੱਡੀ। ਸ਼ੁਰੂ ਕਰਦੇ ਹਾਂ ਪਹਿਲਵਾਨ ਫਿਲਮੀ ਸਟਾਰ ਦਾਰਾ ਸਿੰਘ ਦੀ ਆਤਮ ਕਥਾ। ਮੇਰਾ ਪਿੰਡ ਧਰਮੂ ਚੱਕ ਅੰਮ੍ਰਿਤਸਰ ਸ਼ਹਿਰ ਤੋਂ 22 ਮੀਲ ਦੂਰ ਹੈ। ਇਹ ਅੰਮ੍ਰਿਤਸਰ ਤੋਂ ਹਰਗੋਬਿੰਦਪੁਰ ਜਾਣ ਵਾਲੀ ਸੜਕ ਦੇ ਉੱਤੇ ਹੈ। ਵੱਡੀ ਸੜਕ ਤੋਂ ਉੱਤਰ ਕੇ ਪਿੰਡ ਜਾਣ ਲਈ 2 ਕਿਲੋਮੀਟਰ ਦਾ ਪੱਕਾ ਟੋਟਾ ਬਣਿਆ ਹੋਇਆ ਹੈ। ਇਹ ਗੱਲ ਵੱਖਰੀ ਹੈ ਕਿ ਇਸ ਟੋਟੇ ਵਿੱਚ ਇੰਨੇ ਟੋਏ ਪੈ ਚੁੱਕੇ ਹਨ ਤੇ ਨਾ ਹੁਣ ਤੁਸੀਂ ਇਸ ਨੂੰ ਕੱਚਾ ਤੇ ਨਾ ਪੱਕਾ ਕਹਿ ਸਕਦੇ ਹੋ। ਇਸ ਛੋਟੇ ਜਿਹੇ ਟੋਟੇ ਨੂੰ ਬਣਾਉਣ ਦੀ ਵੀ ਇੱਕ ਵੱਖਰੀ ਕਹਾਣੀ ਹੈ। ਧਰਮੂ ਚੱਕ ਪਿੰਡ ਬੱਝੇ ਨੂੰ ਤਕਰੀਬਨ 500 ਸਾਲ ਹੋ ਗਏ ਹੋਣਗੇ। ਸਾਡਾ ਵੱਡਾ ਵਡੇਰਾ, ਜਿਸ ਦਾ ਨਾਮ ਧਰਮੂ ਸੀ, 2 ਮੀਲ ਦੂਰ ਪਿੰਡ ਕਟਾਵਿੰਡ ਤੋਂ ਆਇਆ ਤੇ ਆ ਕੇ ਆਪਣਾ ਵੱਖਰਾ ਪਿੰਡ ਬਣਾ ਲਿਆ, ਜਾਂ ਕਹਿ ਲਓ ਕਿ ਘਰਦਿਆਂ ਨੇ ਉਸ ਨੂੰ ਅੱਡ ਕਰ ਦਿੱਤਾ। ਉਸ ਜ਼ਮਾਨੇ ਵਿੱਚ ਵੀ ਨੂੰਹਾਂ ਸੱਸਾਂ ਦਾ ਇੱਟ ਖੜੱਕਾ ਹੁੰਦਾ ਹੋਣਾ। ਖੈਰ, ਵਜ੍ਹਾ ਜੋ ਵੀ ਹੋਵੇ ਰੱਬ ਜਾਣੇ, ਪਰ ਧਰਮੂ ਨੇ ਆਪਣਾ ਪਿੰਡ ਬਣਾ ਕੇ ਨਾਮ ਰੱਖ ਦਿੱਤਾ ਧਰਮੂ ਚੱਕ। ਮੈਂ ਇਸ ਪਿੰਡ ਨੂੰ 500 ਸਾਲ ਪੁਰਾਣਾ ਇਸ ਲਈ ਲਿਖਿਆ ਹੈ ਕਿ ਸਾਡੀ ਗੋਤ ਦੇ ਜਾਣੀ ਕਿ ਰੰਧਾਵਿਆਂ ਦੇ ਇਸ ਇਲਾਕੇ ਵਿੱਚ ਕਈ ਪਿੰਡ ਹਨ। ਇਸ ਹੀ ਇਲਾਕੇ ਵਿੱਚ ਬਾਬਾ ਬੂੜਾ ਰੰਧਾਵਾ ਡੰਗਰ ਚਾਰਦਾ ਹੋਇਆ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਤੇ ਗੁਰੂ ਜੀ ਦਾ ਸੇਵਕ ਬਣ ਕੇ ਬੜੀ ਜਨ ਸੇਵਾ ਕੀਤੀ। ਰੰਧਾਵਿਆਂ ਦੀ ਕੁੱਲ ਦਾ ਨਾਮ ਇਤਿਹਾਸ ਵਿੱਚ ਸੁਨਹਿਰੇ ਲਫ਼ਜ਼ਾਂ ਵਿੱਚ ਲਿਖਾਇਆ। ਗੁਰੂ ਨਾਨਕ ਦੇਵ ਜੀ ਤੇ ਬਾਬੇ ਬੂੜੇ ਨੂੰ ਮਿਲਣ ਦੀ ਸਾਖੀ ਉਹਨਾਂ ਦਿਨਾਂ ਦੀ ਹੈ ਜਦੋਂ ਧਰਮੂ ਨੇ ਧਰਮੂ ਚੱਕ ਤੇ ਉਸਦੇ ਦੂਸਰੇ ਭਰਾਵਾਂ ਨੇ ਕਈ ਹੋਰ ਪਿੰਡ ਬੱਝੇ, ਜਿਸ ਤਰ੍ਹਾਂ ਚੰਨਣ ਕੇ, ਭੋਲੇਵਾਲ, ਸੈਦਪੁਰ ਵਗੈਰਾ ਵਗੈਰਾ। ਦੂਸਰੀ ਗੱਲ, 500 ਸਾਲ ਪੁਰਾਣੇ ਪਿੰਡ ਦੀ ਸ਼ਹਾਦਤ ਹੈ ਧਰਮੂ ਰੰਧਾਵੇ ਦੀ ਔਲਾਦ, ਜਿਹੜੀ 17-18 ਪੀੜ੍ਹੀਆਂ ਤੋਂ ਪਿੰਡ ਧਰਮੂ ਚੱਕ ਵਿੱਚ ਡੇਰੇ ਲਾਈ ਬੈਠੀ ਹੈ। ਮੈਂ ਧਰਮੂ ਰੰਧਾਵੇ ਦੇ ਪਰਿਵਾਰ ਦੀਆਂ ਸਾਰੀਆਂ ਸਾਖਾਂ ਨੂੰ ਵਿਸਥਾਰ ਨਾਲ ਦੱਸਾਂ ਤਾਂ ਕਿਤਾਬ ਦੇ ਪੰਨੇ ਬਹੁਤ ਹੋ ਜਾਣਗੇ। ਸਿਰਫ ਇੱਕ ਕਤਾਰ ਜਾਨੀ ਲੜੀ ਨੂੰ ਪਰੋਂਦਾ ਹੋਇਆ ਆਪਣੇ ਜਨਮ ਦਿਨ ਤੱਕ ਆਉਂਦਾ ਹਾਂ। ਧਰਮੂ ਦਾ ਪੁੱਤਰ ਚੜਤ, ਚੜਤ ਦਾ ਖੋਖਰ, ਖੋਖਰ ਦਾ ਪਠਾਨ ਤੇ ਪਠਾਨ ਦਾ ਸਦਾਰਣ, ਸਦਾਰਣ ਦਾ ਢੀਂਗਾ, ਢੀਂਗੇ ਦਾ ਨੰਦਾ, ਨੰਦੇ ਦਾ ਗੁਰਦਾਸ, ਗੁਰਦਾਸ ਦਾ ਪਲਾਤ, ਪਲਾਤ ਦਾ ਦੇਵਾ, ਦੇਵੇ ਦਾ ਦਸੌਂਦਾ ਸਿੰਘ ਤੇ ਦਸੌਂਦਾ ਸਿੰਘ ਦਾ ਉਤਮ ਸਿੰਘ, ਉਤਮ ਸਿੰਘ ਦਾ ਰੂਪਾ ਸਿੰਘ, ਰੂਪਾ ਸਿੰਘ ਦਾ ਗੁਰਦਿੱਤ ਸਿੰਘ, ਗੁਰਦਿੱਤ ਸਿੰਘ ਦਾ ਬੂੜ ਸਿੰਘ, ਬੂੜ ਸਿੰਘ ਦਾ ਸੂਰਤ ਸਿੰਘ ਤੇ ਸੂਰਤ ਸਿੰਘ ਦਾ ਦਾਰਾ ਸਿੰਘ, ਜਾਣੀ ਕਿ ਮੈਂ ਖੁਦ। ਮੈਂ ਤੇ ਰੰਧਾਵਾ ਜਾਣੀ ਸਰਦਾਰਾ ਸਿੰਘ ਰੰਧਾਵਾ ਤੇ ਮੈਂ ਦਾਰਾ ਸਿੰਘ ਰੰਧਾਵਾ। ਪਿਤਾ ਸੂਰਤ ਸਿੰਘ ਦੇ ਘਰ ਉਦੋਂ ਜਨਮੇ ਜਦੋਂ ਪਰਿਵਾਰ ਕੋਲ ਜ਼ਮੀਨ ਨਾ ਹੋਣ ਬਰਾਬਰ ਸੀ। 500 ਸਾਲ ਇਸ ਧਰਮੂ ਦਾ ਪਰਿਵਾਰ ਇੰਨਾ ਵਧਿਆ, ਘਰ ਅੱਡ ਅੱਡ ਹੋ ਗਏ। ਪਿੰਡ ਵਿੱਚ ਹੋਰ ਕਈ ਘਰ ਬਣ ਗਏ। ਦੂਰ ਨੇੜੇ ਜਾ ਕੇ ਇਹਨਾਂ ਪਿਓ ਪੁੱਤਰਾਂ ਨੇ ਕੋਈ ਹੋਰ ਪਿੰਡ ਵਸਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹੋਰ ਤੇ ਹੋਰ ਸਾਡੇ ਪੜਦਾਦੇ ਰੂਪਾ ਸਿੰਘ ਨੇ ਦੂਸਰੇ ਪਿੰਡ ਦੇ ਸ਼ਰੀਕਾਂ ਨਾਲ ਲੜ ਕੇ ਕੁਝ ਪੈਲੀਆਂ ਆਪਣੇ ਨਾਮ ਤੋਂ ਹਟਾ ਕੇ ਉਹਨਾਂ ਦੇ ਨਾਮ ਲਾ ਦਿੱਤੀਆਂ। ਕਹਿੰਦੇ ਹਨ ਕਿ ਦੂਸਰੇ ਪਿੰਡ ਵਾਲਿਆਂ ਨੇ ਮਾਮਲਾ ਭਰਨ ਦੇ ਦੁੱਖੋਂ ਸਾਡੇ ਵੱਡਿਆਂ ਦੇ ਨਾਮ ਜ਼ਮੀਨ ਲਿਖਵਾ ਦਿੱਤੀ। ਉਹਨਾਂ ਸੋਚਿਆ ਇਹ ਘਰ ਜਰਾ ਸੌਖਾ ਹੈ, ਮਾਮਲਾ ਤਾਰ ਦੇਵੇਗਾ। ਜਦੋਂ ਮਾਮਲੇਦਾਰ ਹਰ ਸਾਲ ਦੀ ਤਰ੍ਹਾਂ ਮਾਮਲਾ ਲੈਣ ਆਏ, ਸਭ ਦੇ ਨਾਮ ਪੁਕਾਰੇ ਗਏ, ਰਕਮਾਂ ਵਸੂਲੀਆਂ ਗਈਆਂ ਤੇ ਸਾਡੇ ਬਜ਼ੁਰਗਾਂ ਨੇ ਰੌਲਾ ਪਾ ਦਿੱਤਾ, ਭਾਈ ਹਰ ਸਾਲ ਤੇ ਅਸੀਂ ਇੰਨਾ ਮਾਮਲਾ ਤਾਰਦੇ ਹਾਂ, ਇਸ ਵਾਰ ਸਾਡਾ ਮਾਮਲਾ ਕਿਉਂ ਵੱਧ ਗਿਆ? ਤਾਂ ਮਾਮਲੇਦਾਰ ਨੇ ਦੱਸਿਆ, ਤੁਹਾਡੇ ਨਾਮ ਤੇ ਜ਼ਮੀਨ ਦਾ ਵਾਧਾ ਹੋ ਗਿਆ। ਪਿੰਡ ਦੀ ਹੱਦ ਨਾਲ ਲੱਗਦੀ ਜ਼ਮੀਨ ਤੁਹਾਡੇ ਨਾਂ ਤੇ ਬੋਲ ਰਹੀ ਹੈ, ਇਸ ਲਈ ਮਾਮਲਾ ਵਧੇਰੇ ਲੱਗਾ ਹੈ। ਮਾਮਲਾ ਤਾਂ ਵਿਚਾਰਿਆਂ ਨੂੰ ਦੇਣਾ ਹੀ ਪਿਆ, ਪਰ ਦੂਸਰਾ ਸਾਲ ਆਉਣ ਤੋਂ ਪਹਿਲਾਂ ਜਾ ਕੇ ਲੜਾਈ ਕਰਕੇ ਜ਼ਮੀਨ ਆਪਣੇ ਨਾਮ ਤੋਂ ਹਟਾਈ। ਇਹ ਸੀ ਹਾਲ ਉਸ ਜ਼ਮਾਨੇ ਵਿੱਚ ਜ਼ਮੀਨਾਂ ਦੇ। ਉਸ ਤੋਂ ਕੁਝ ਸਾਲ ਬਾਅਦ ਸੁਣਿਆ ਸਾਡੇ ਲੱਗਦੇ ਪਿੰਡ ਜਲਾਲ ਉਸਮਾਨ ਦੇ ਇੱਕ ਜਣੇ ਨਾਲ ਪਿੰਡ ਵਾਲਿਆਂ ਦੀ ਹੱਦ ਤੇ ਬੈਠੇ ਲੜਾਈ ਹੋ ਗਈ, ਕਿਉਂਕਿ ਜ਼ਮੀਨਾਂ ਦੀ ਥੁੜ ਲੋਕਾਂ ਨੂੰ ਮਹਿਸੂਸ ਹੋਣ ਲੱਗ ਪਈ ਸੀ। ਪਰ ਸਾਡੇ ਪਿੰਡੂਆਂ ਨੂੰ ਧਰਮ ਤੇ ਬੜਾ ਮਾਣ ਸੀ। ਉਹਨਾਂ ਫਖਰ ਨਾਲ ਆਖਿਆ, ਭਾਈ ਜੇ ਇਹ ਕਹਿੰਦਾ ਹੈ ਇਹ ਖੇਤ ਇਹਨਾਂ ਦੇ ਹਨ ਤਾਂ ਇਹ ਗਊ ਦੀ ਖਲ ਜਿੱਥੋਂ ਦੀ ਚੁੱਕ ਕੇ ਇਹ ਲੰਘ ਜਾਏ ਉੱਥੇ ਪਿੰਡ ਦੀ ਹੱਦ ਬਣ ਜਾਵੇਗੀ। ਉਸ ਜੱਟ ਦੇ ਪੁੱਤ ਨੇ ਇਉਂ ਵੇਖਿਆ ਨਾ ਤਾਂ ਖਲ ਚੁੱਕ ਕੇ ਭੱਜਿਆ ਧਰਮੂ ਚੱਕ ਵੱਲ। ਕਹਿੰਦੇ ਕੋਈ ਪਿੰਡ ਦੀ ਬੁੜੀ ਪਿਛਵਾੜੇ ਬੈਠੀ ਸੀ, ਉਸਨੇ ਇੱਟ ਚੁੱਕ ਕੇ ਮਾਰੀ ਤਾਂ ਜੱਟ ਪਿੱਛੇ ਮੁੜਿਆ, ਨਹੀਂ ਤਾਂ ਉਸਨੇ ਧਰਮੂ ਚੱਕੀਆਂ ਕੋਲ ਜੰਗਲ ਪਾਣੀ ਜਾਣ ਜੋਗੀ ਵੀ ਜ਼ਮੀਨ ਨਹੀਂ ਸੀ ਛੱਡਣੀ। ਜ਼ਮੀਨ ਦੀ ਥੁੜ ਦੇ ਕਾਰਨ ਸਾਡੇ ਬਾਬੇ ਬੂੜ ਸਿੰਘ ਦੇ ਨਾਨਕੇ ਪਿੰਡ ਹਜ਼ਾਤਕੋਟ, ਜਿਹੜਾ ਧਰਮੂ ਚੱਕ ਤੋਂ 2.5-3 ਮੀਲ ਦੀ ਵਿੱਥ ਤੇ ਸੀ, ਜ਼ਮੀਨ ਖਰੀਦੀ। ਬਾਬੇ ਹੋਰੀ 4 ਭਰਾ ਸਨ, ਲਾਲ ਸਿੰਘ, ਬੱਗਾ ਸਿੰਘ, ਮੱਲ ਸਿੰਘ ਤੇ ਬੂੜ ਸਿੰਘ। ਰੋਜ਼ ਧਰਮੂ ਚੱਕੋਂ ਹਜ਼ਾਤਕੋਟ ਵਾਹੀ ਕਰਨ ਜਾਂਦੇ ਤੇ ਪਸ਼ੂਆਂ ਲਈ ਚਾਰਾ ਵਗੈਰਾ ਏਡੀ ਦੂਰੋਂ ਸਿਰਾਂ ਤੇ ਚੁੱਕ ਕੇ ਲਿਆਉਂਦੇ ਸਨ। 6-20 ਬਿੱਗੇ ਜ਼ਮੀਨ ਜਿਹੜੀ ਇਹਨਾਂ ਨੇ 6-20 ਰੁਪਈਏ ਦੇ ਕੇ ਖਰੀਦੀ ਸੀ, ਕਈ ਸਾਲ ਆਪਣਾ ਪਰਿਵਾਰ ਪਾਲਿਆ। ਉਸ ਦੀ ਕਮਾਈ ਨਾਲ ਜਦੋਂ ਕਾਗਜ਼ਾਂ ਦੇ ਰੁਪਏ ਬਣਨੇ ਸ਼ੁਰੂ ਹੋ ਗਏ ਤਾਂ ਰੁਪਏ ਦਾ ਮੁੱਲ ਘਟ ਗਿਆ। ਹਜ਼ਾਤਕੋਟੀਆਂ ਨੇ ਕਿਸੇ ਕੋਲੋਂ 6-20 ਰੁਪਏ ਵੱਟ ਕੇ ਸਾਡੇ ਬਜ਼ੁਰਗਾਂ ਦੇ ਹੱਥ ਫੜਾਏ ਤੇ ਜ਼ਮੀਨ ਛੁਡਾ ਲਈ
ਤੇ ਸਾਡੇ ਬਜ਼ੁਰਗਾਂ ਦੀਆਂ ਬਲਦਾਂ ਦੀਆਂ ਹਨਾੜੀਆਂ ਜਿਹੜੀਆਂ ਦੋਹਾਂ ਤਿੰਨਾਂ ਪਿੰਡਾਂ ਵਿੱਚ ਧੁੰਮਾਂ ਪਾਈ ਫਿਰਦੀਆਂ ਸਨ, ਘੁੰਗਰੂਆਂ ਦੀਆਂ ਹਮੇਲਾਂ ਦੀਆਂ ਆਵਾਜ਼ਾਂ ਰਾਤ ਦੇ ਤੜਕੇ ਲੋਕ ਸੁਣਦੇ ਸਨ, ਹਮੇਸ਼ਾ ਵਾਸਤੇ ਚੁੱਪ ਹੋ ਗਈਆਂ, ਕਿਉਂਕਿ ਪਿੰਡ ਦੀ ਜ਼ਮੀਨ ਵੰਡਦੀ ਇੰਨੀ ਘਟ ਗਈ ਕਿ ਸਾਡੇ ਬਾਬੇ ਦੇ ਹਿੱਸੇ ਸਿਰਫ 5 ਬਿੱਗੇ ਜ਼ਮੀਨ ਤੇ 5 ਪੁੱਤਰ ਬਾਬੇ ਨੂੰ ਤਕੜਾ ਹੋਣ ਦੀ ਬਾਵਜੂਦ ਮਾੜਾ ਬਣਾਈ ਜਾਣ। ਉਸ ਜ਼ਮਾਨੇ ਵਿੱਚ ਪਰਿਵਾਰ ਘਟਾਓ ਦਾ ਵੀ ਨਾਅਰਾ ਕਿਸੇ ਨੇ ਨਹੀਂ ਲਾਇਆ ਹੋਣਾ। ਅੰਗਰੇਜ਼ ਹਕੂਮਤਾਂ ਜ਼ਿਆਦਾ ਬੱਚੇ ਜੰਮਣ ਵਾਲਿਆਂ ਨੂੰ ਇਨਾਮ ਵਗੈਰਾ ਦਿੰਦੀ ਸੀ। ਬਾਬੇ ਦੇ ਹਿੱਸੇ ਹਜ਼ਾਤ ਕੋਟ ਵਾਲੇ ਪੈਸਿਆਂ ਵਿੱਚੋਂ ਜੋ ਮਿਲੇ ਉਸ ਦੀ ਪਿੰਡ ਦੀ ਹੱਦ ਤੇ ਹੀ ਚੰਨਣਕਿਆਂ ਵਾਲਿਆਂ ਕੋਲੋਂ ਜ਼ਮੀਨ ਖਰੀਦ ਲਈ। ਮੁਸ਼ਕਿਲ ਨਾਲ 3 ਬਿੱਗੇ ਜ਼ਮੀਨ ਹੋਵੇਗੀ। ਘਰ ਦੇ 5 ਤੇ ਗਹਿਣੇ ਤੇ 3 ਬਿੱਗੇ ਬਾਬੀ ਹੋਰੀ ਔਖੀ ਸੌਖੀ ਹੋ ਕੇ ਲੱਗੇ ਗੁਜ਼ਾਰਾ ਕਰਨ। ਇਹਨਾਂ ਦਿਨਾਂ ਵਿੱਚ ਉਹਨਾਂ ਨੂੰ ਆਪਣਾ ਦਾਦਾ ਰੂਪਾ ਸਿੰਘ ਦੀ ਜ਼ਮੀਨ ਲੜਾਈ ਕਰਕੇ ਆਪਣੇ ਨਾਂ ਤੋਂ ਹਟਾਉਣ ਵਾਲੀ ਗੱਲ ਬੜੀ ਦੁਖੀ ਕਰਦੀ ਸੀ। ਜਿਸ ਤਰ੍ਹਾਂ ਬਾਬੇ ਦਾ ਹਾਲ ਸੀ ਉਸੇ ਤਰ੍ਹਾਂ 2 ਸ਼ਰੀਕੇਦਾਰਾਂ ਦਾ ਵੀ ਸੀ। ਕਈ ਲੋਕ ਪਿੰਡ ਛੱਡ ਕੇ ਬਾਹਰ ਕਮਾਈ ਕਰਨ ਲਈ ਹੱਥ ਪੈਰ ਮਾਰਨ ਲੱਗ ਪਏ। ਪਿੰਡ ਦੀ ਦੂਸਰੀ ਪੱਤੀ ਦੇ ਜਿਹੜੇ ਧਰਮੂ ਦੇ ਛੋਟੇ ਪੋਤਰੇ ਹੈਰਾਨ ਦੀ ਔਲਾਦ ਹਨ, ਕੁਝ ਲੋਕ ਹਾਂਗਕਾਂਗ ਵਗੈਰਾ ਕਮਾਈਆਂ ਕਰਨ ਚਲੇ ਗਏ। ਸਾਡੀ ਪਤੀ ਦੇ 2 ਭਰਾ ਵੀ ਉਹਨਾਂ ਕੋਲ ਪਹੁੰਚੇ, ਪਰ ਸੁਣਿਆ ਇਹ ਹੈ ਕਿ ਪ੍ਰਦੇਸ਼ ਜਾ ਕੇ ਉਹ ਇੰਨੇ ਉਦਾਸ ਹੋ ਗਏ ਕਿ ਬਿਮਾਰ ਪੈ ਗਏ। ਉਹਨਾਂ ਦੇ ਸਾਥੀਆਂ ਨੇ ਕਿਹਾ, ਭਾਈ ਤੁਸੀਂ ਵਾਪਸ ਆਪਣੇ ਦੇਸ਼ ਚਲੇ ਜਾਓ। ਉਹਨਾਂ ਦੋਵਾਂ ਭਰਾਵਾਂ ਨੇ ਕਿਹਾ, ਬਈ ਸਾਨੂੰ ਜੇ ਤੁਸੀਂ ਬਟਾਰੀ ਸਟੇਸ਼ਨ ਤੇ ਛੱਡ ਆਓ ਤਾਂ ਅਸੀਂ ਆਪੇ ਪਿੰਡ ਪਹੁੰਚ ਜਾਵਾਂਗੇ। ਉਹਨਾਂ ਦੀ ਇਹ ਭੋਲੀ ਤੇ ਸਿੱਧੀ ਸਾਦੀ ਗੱਲ ਪਿੰਡ ਵਾਲਿਆਂ ਦਾ ਬੜੀ ਦੇਰ ਮੌਜੂ ਬਣੀ ਰਹੀ, ਪਰ ਉਹਨਾਂ ਵਿਚਾਰਿਆਂ ਨੂੰ ਬਟਾਰੀ ਸਟੇਸ਼ਨ ਜਿਹੜਾ ਧਰਮੂ ਚੱਕ ਤੋਂ ਸਿਰਫ 7-8 ਮੀਲ ਦੀ ਵਿੱਥ ਤੇ ਸੀ, ਅੱਗੋਂ ਦਾ ਰਾਹ ਵੀ ਨਹੀਂ ਸੀ ਪਤਾ। ਉਹ ਕਰਦੇ ਵੀ ਕੀ? ਉਹਨਾਂ ਵਾਸਤੇ ਤਾਂ ਬਟਾਰੀ ਤੋਂ ਅੱਗੇ ਭਾਵੇਂ ਹਾਂਗਕਾਂਗ, ਸਿੰਗਾਪੁਰ, ਲੰਡਨ, ਭਾਵੇਂ ਦਿੱਲੀ, ਸਾਰੇ ਹੀ ਪ੍ਰਦੇਸ਼ ਸਨ। ਪਿੰਡ ਵਾਲਿਆਂ ਨੇ ਮਸਾਂ ਕੋਈ ਹਿੰਦੁਸਤਾਨ ਆਉਣ ਵਾਲਾ ਸਾਥ ਲੱਭ ਕੇ ਵਿਚਾਰਿਆਂ ਨੂੰ ਨਾਲ ਤੋਰਿਆ। ਉਹਨਾਂ ਨੇ ਪਿੰਡ ਪਹੁੰਚ ਕੇ ਸੁੱਖ ਦਾ ਸਾਹ ਲਿਆ ਤੇ ਕੰਨਾਂ ਨੂੰ ਹੱਥ ਲਾਏ ਕਿ ਮੁੜ ਕੇ ਪਿੰਡੋਂ ਬਾਹਰ ਕਦੇ ਨਹੀਂ ਜਾਣਾ। ਅੰਗਰੇਜ਼ੀ ਰਾਜ ਵੇਲੇ ਪਿੰਡ ਤੋਂ ਸ਼ਹਿਰ ਜਾਣ ਵਾਸਤੇ ਕੋਈ ਰਾਹ ਖੜਾ ਵੀ ਘੱਟ ਹੀ ਹੁੰਦਾ ਸੀ। ਰੇਲ ਦੇ ਜ਼ਰੀਏ ਲੋਕ ਸੌਖੇ ਸ਼ਹਿਰ ਪਹੁੰਚ ਜਾਂਦੇ ਸਨ। ਰੇਲਵੇ ਸਟੇਸ਼ਨਾਂ ਦੇ ਲਾਗੇ ਬਸੇ ਪਿੰਡ ਆਪਣੇ ਆਪ ਨੂੰ ਬੜੇ ਨਾਡੂ ਖਾਂ ਸਮਝਦੇ ਸਨ। ਮੈਨੂੰ ਇਸ ਗੱਲ ਦਾ ਗਿਆਨ ਹੈ, ਮੇਰੇ ਨਾਨਕੇ ਬਟਾਰੀ ਸਟੇਸ਼ਨ ਦੇ ਲਾਗੇ ਪਿੰਡ ਰਤਨਗੜ੍ਹ ਸਨ। ਜਦੋਂ ਕਦੇ ਬਚਪਨ ਵਿੱਚ ਰੇਲਵੇ ਪਟੜੀ ਪਾਰ ਕਰਕੇ ਰਤਨਗੜ੍ਹ ਜਾਈਦਾ ਸੀ, ਉੱਚੇ ਬਿਜਲੀ ਦੇ ਖੰਭੇ ਵੇਖ ਕੇ ਹੈਰਾਨ ਰਹਿ ਜਾਈਦਾ ਸੀ। ਮਨ ਵਿੱਚ ਖਿਆਲ ਆਉਂਦਾ ਸੀ, ਇੱਥੇ ਲਾਗੇ ਰਹਿਣ ਵਾਲੇ ਲੋਕਾਂ ਨੂੰ ਬੜੀਆਂ ਮੌਜਾਂ ਨੇ, ਵੇਖਣ ਨੂੰ ਨਵੇਂ ਨਜ਼ਾਰੇ ਤੇ ਚੜ੍ਹਨ ਨੂੰ ਰੇਲ ਗੱਡੀ। ਕਈ ਵਾਰੀ ਰੇਲ ਗੱਡੀ ਦੇਖਣ ਲਈ ਅਚੇਚੇ ਤੌਰ ਤੇ ਪਟੜੀ ਤੇ ਬਹਿ ਜਾਣਾ। ਰੇਲ ਗੱਡੀ ਵੇਖ ਕੇ ਖੁਸ਼ੀ ਜੋ ਹੁੰਦੀ ਸੀ, ਤੇ ਜੇ ਕਿਧਰੇ ਕਦੀ ਕਦਾਈ ਘੁੱਗੀ ਵਾਂਗੂ ਹਵਾਈ ਜਹਾਜ਼ ਉੱਡਦਾ ਉੱਤੋਂ ਦੀ ਲੰਘ ਜਾਵੇ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ। ਕੋਈ ਕਹਿੰਦਾ ਸੀ, ਭਾਈ ਇਹ ਦੇਖਣ ਨੂੰ ਛੋਟਾ ਲੱਗਦਾ ਪਰ ਹੈ ਗੱਡੇ ਜਿੱਡਾ। ਜੇ ਬਹਿਸ ਵੱਧ ਜਾਵੇ ਤਾਂ ਫੌਜੀ ਚਾਚੇ ਕੋਲ ਜਾ ਕੇ ਪੁੱਛ ਕੇ ਤਸੱਲੀ ਹੁੰਦੀ ਸੀ, ਵਾਕਈ ਇਹ ਚੀਜ਼ ਗੱਡੇ ਜਿੱਡੀ ਹੋਣੀ ਆ। ਇਹ ਗੱਲ ਮੈਂ ਬਹੁਤ ਪੁਰਾਣੇ ਸਮੇਂ ਦੀ ਨਹੀਂ, ਆਪਣੇ ਬਚਪਨ ਵੇਲੇ ਦੀ ਦੱਸ ਰਿਹਾ। 19 ਨਵੰਬਰ 1928 ਦਾ ਮੇਰਾ ਜਨਮ ਹੈ, ਇਸ ਕਰਕੇ ਇਹ ਗੱਲ 1933 ਜਾਂ 34 ਦੀ ਹੋਵੇਗੀ। ਹਵਾਈ ਜਹਾਜ਼ ਵੇਖਣਾ ਪਿੰਡ ਵਾਲਿਆਂ ਲਈ ਬੜਾ ਵੱਡਾ ਅਚੰਭਾ ਸੀ। ਬਾਬੇ ਰੂੜ ਸਿੰਘ ਦੇ 5 ਪੁੱਤਰਾਂ ਵਿੱਚੋਂ ਮੇਰਾ ਪਿਤਾ ਸੂਰਤ ਸਿੰਘ ਸਾਰਿਆਂ ਤੋਂ ਵੱਡਾ ਸੀ। ਭੋਏ ਘੱਟ ਹੋਣ ਕਰਕੇ ਜ਼ਮਾਨੇ ਵਿੱਚ ਬਹੁਤ ਲੋਕ ਕੁਆਰੇ ਹੀ ਰਹਿ ਜਾਂਦੇ ਸਨ, ਤਾਈਓ ਤਾਂ ਸੜਿਆਂ ਦੇ ਲੋਕ ਗੀਤ ਬਣੇ ਹੋਏ ਹਨ। ਖੈਰ ਸਾਡੇ ਬਾਬੇ ਨੂੰ ਚਿੰਤਾ ਲੱਗੀ ਰਹਿੰਦੀ ਸੀ, ਕਿਧਰੇ ਮੇਰੇ ਮੁੰਡੇ ਕੁਆਰੇ ਹੀ ਨਾ ਰਹਿ ਜਾਣ। ਚਲੋ ਸਾਡੇ ਪਿਤਾ ਦਾ ਰਿਸ਼ਤਾ ਹੋ ਗਿਆ, ਕਿਉਂਕਿ ਚੰਗੇ ਦਿਨਾਂ ਵਿੱਚ ਸਾਡੀ ਮਾਂ ਦੀ ਭੂਆ ਸਾਡੇ ਬਾਬੇ ਦੇ ਵੱਡੇ ਭਰਾ ਬੰਗਾ ਸਿੰਘ ਦੇ ਘਰ ਵਿਆਹੀ ਹੋਈ ਸੀ। ਸਾਡੇ ਨਾਨਕਿਆਂ ਦਾ ਘਰ ਜਰਾ ਸੌਖਾ ਸੀ, ਜ਼ਮੀਨ ਜ਼ਿਆਦਾ ਸੀ, ਸੋ ਹੁਣ ਵਿਆਹ ਤੇ ਖਰਚ ਵੀ ਥੋੜਾ ਬਹੁਤਾ ਕਰਨਾ ਹੀ ਪੈਣਾ ਸੀ। ਸੋ ਵਿਆਹ ਵਾਸਤੇ ਸਾਹੂਕਾਰਾਂ ਕੋਲੋਂ ਪੈਸੇ ਲੈ ਲਏ। ਭਾਈ ਜੇ ਵਿਆਹ ਸਮੇਤ ਪੈਸੇ ਮੋੜ ਦਿੱਤੇ ਤਾਂ ਠੀਕ ਹੈ, ਨਹੀਂ ਤਾਂ 1.5 ਬਿੱਗਾ ਜ਼ਮੀਨ ਸਾਹੂਕਾਰ ਲੈ ਲਵੇਗਾ। ਖੈਰ ਵਿਆਹ ਤਾਂ ਬਾਪੂ ਦਾ ਹੋ ਗਿਆ ਬੜੇ ਟੌਰ ਨਾਲ, ਪਰ ਕਰਜ਼ੇ ਦੀ ਲੱਗ ਗਈ ਚਿੰਤਾ। ਸਾਰਿਆਂ ਭਰਾਵਾਂ ਨਾਲੋਂ ਵੱਡਾ ਹੋਣ ਕਰਕੇ ਜ਼ਿੰਮੇਵਾਰੀ ਵੀ ਬਣ ਗਈ ਕਰਜ਼ਾ ਲਾਉਣ ਦੀ। ਆਖਰ ਗੱਲ ਇੱਥੇ ਮੁੱਕੀ ਕਿ ਬਾਹੀ ਕਰਕੇ ਕਰਜ਼ਾ ਨਹੀਂ ਲੈਣਾ, ਕਿਉਂ ਨਾ ਬਾਹਰ ਜਾ ਕੇ ਕਿਸਮਤ ਅਜਮਾਈ ਜਾਵੇ। ਬਾਪੂ ਦੇ ਨਾਨਕਿਆਂ ਵਿੱਚੋਂ ਉਹਨਾਂ ਦਾ ਰਿਸ਼ਤੇਦਾਰ ਸਿੰਗਾਪੁਰ ਰਹਿੰਦਾ ਸੀ। ਉਹਨਾਂ ਨੂੰ ਫਰਮਾਇਸ਼ ਕਰਕੇ ਬਾਪੂ ਨੂੰ ਕਮਾਈ ਕਰਨ ਸਿੰਗਾਪੁਰ ਭੇਜਿਆ ਗਿਆ। ਉੱਥੇ ਜਾ ਕੇ ਬੜੇ ਕੰਮ ਕੀਤੇ। ਤਨਖਾਹ ਵਗੈਰਾ ਦਾ ਤਾਂ ਪਤਾ ਨਹੀਂ, ਪਰ ਉਹ ਤਾਂ ਰਿਸ਼ਤੇਦਾਰ ਹੀ ਜਾਣਨ, ਇਹ ਤਾਂ ਵਿਚਾਰੇ ਕੰਮ ਹੀ ਕਰਦੇ ਰਹੇ। ਆਖਰ ਦੁਖੀ ਹੋ ਕੇ ਬਾਬੇ ਨੇ ਇਹਨਾਂ ਨੂੰ ਵਾਪਸ ਬੁਲਾ ਲਿਆ। ਭਾਈ ਬਾਹੀ ਦਾ ਕੰਮ ਵੀ ਗਿਆ ਤੇ ਨੌਕਰੀ ਦਾ ਵੀ ਕੁਝ ਨਹੀਂ ਮਿਲਿਆ। ਪਿੰਡ ਆ ਕੇ ਚਿੰਤਾ ਜਿਉਂ ਦੀ ਤਿਉਂ ਰਹੀ। ਅੱਗੋਂ ਜਿਹੜੀ ਗੱਲ ਸਕੇ ਸੰਬੰਧੀਆਂ ਕੋਲੋਂ ਲੁਕੋ ਕੇ ਕੀਤੀ ਸੀ, ਉਹ ਵੀ ਜੱਗ ਜ਼ਾਹਰ ਹੋ ਗਈ। ਪੈਲੀ ਉੱਤੇ ਕਰਜ਼ਾ ਲੈ ਰੱਖਿਆ, ਬੜੀ ਨਮੋਸੀ ਵਾਲੀ ਗੱਲ ਹੋ ਗਈ। ਆਖਰ ਮਾਂ ਜੀ ਦੇ ਗਹਿਣੇ ਵੇਚ ਕੇ ਸਾਹੂਕਾਰ ਦਾ ਕਰਜ਼ਾ ਉਤਾਰਿਆ ਗਿਆ। ਖੈਰ ਜੋ ਹੋਇਆ ਸੋ ਹੋਇਆ। ਸਾਡੇ ਪਿਤਾ ਦੀ ਚਿੰਤਾ ਤਾਂ ਦੂਰ ਹੋਈ, ਉਹ ਫਿਰ ਸਿੰਗਾਪੁਰ ਚਲੇ ਗਏ, ਬਲਕਿ ਆਪਣੇ ਛੋਟੇ ਭਰਾਵਾਂ ਨੂੰ ਵੀ ਨਾਲ ਲੈ ਗਏ। ਬਾਪੂ ਦੇ ਉਸਦੇ 3 ਛੋਟੇ ਭਰਾ ਸਿੰਗਾਪੁਰ ਚਲੇ ਗਏ ਤੇ ਇੱਕ ਭਰਾ ਫੌਜ ਵਿੱਚ ਭਰਤੀ ਹੋ ਗਿਆ। ਬਾਹੀ ਕਰਨ ਲਈ ਬਾਬਾ ਇਕੱਲਾ ਹੀ ਬਹੁਤ ਸੀ, ਕਿਉਂਕਿ ਜਦੋਂ ਧਰਮੂ ਨੇ ਪਿੰਡ ਬੱਧਾ ਸੀ ਤਾਂ ਪਿੰਡ ਦੀ ਜ਼ਮੀਨ ਸੀ 900 ਬਿੱਗੇ।
ਜਦੋਂ ਸਾਡੇ ਪੜਦਾਦਿਆਂ ਦੀਆਂ ਔਲਾਦਾਂ ਨੇ ਜੰਮ ਕੇ ਇਸ ਰੰਗਲੀ ਦੁਨੀਆ ਨੂੰ ਚਾਰ ਚੰਨ ਲਾਏ ਤਾਂ ਜ਼ਮੀਨ ਘਟਦੀ ਘਰ ਪ੍ਰਤੀ 5 ਜਾਂ 10 ਬਿੱਘੇ ਰਹਿ ਗਈ। ਫਿਰ ਵਿਚਾਰੇ ਧਰਮੂ ਚੱਕੀਏ ਪਿੰਡ ਛੱਡ ਲੱਗੇ ਦੂਰ ਦਰਾਡੇ ਬਸਣ। ਜਿਸ ਤਰ੍ਹਾਂ ਇੱਕ ਕਹਾਵਤ ਹੈ, ਜ਼ਰੂਰਤ ਇਜਾਦ ਦੀ ਮਾਂ, ਇਸੇ ਤਰ੍ਹਾਂ ਸਾਰਿਆਂ ਨੇ ਆਪਣੇ ਸੁਖੀ ਜੀਵਨ ਲਈ ਕੋਈ ਨਾ ਕੋਈ ਸਾਧਨ ਲੱਭ ਹੀ ਲਿਆ। ਮਨੀ ਆਰਡਰ ਧਰਮੂ ਚੱਕ ਆਉਣ ਲੱਗ ਪਈ। ਦੋਸਤੋ, ਮਿਲਦੇ ਹਾਂ ਅਗਲੀ ਸਟੋਰੀ ਦੇ ਨਾਲ। ਸਾਡੀ ਪੋਸਟ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ।